संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੰਬਰ 24। ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਕਰਮ ਧਰਮ ਵਿੱਚ ਪੂਰਾ ਹੋਣਾ। ਮਹਾਰਾਣੀ ਜੀ ਪਟਿਆਲਾ ਨੇ ਹਜੂਰ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਲਿਖ ਕਰਕੇ ਭੇਜੀ ਕਿ ਮਹਾਰਾਜ ਜੀ ਦਰਸ਼ਨ ਕਰਕੇ ਅਤੇ ਮੱਥਾ ਟੇਕਣ ਦੀ ਆਗਿਆ ਬਖਸ਼ੋ। ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਮੁਨਸ਼ੀ ਜੀ ਨੂੰ ਆ ਜਾਣ ਦਿਓ, ਫਿਰ ਆ ਜਾਣਾ ਅਤੇ ਸੇਵਾ ਵੀ ਮਨਜ਼ੂਰ ਕਰਵਾ ਜਾਇਓ। ਮਹਾਰਾਣੀ ਜੀ ਨੇ ਮੁਨਸ਼ੀ ਜੀ ਨੂੰ ਪਟਿਆਲੇ ਬੁਲਾ ਕੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾਇਆ। ਮੁਨਸ਼ੀ ਹਰਦੇਤ ਸਿੰਘ ਬਹੁਤ ਪ੍ਰਸੰਨ ਹੋਏ ਕਿ ਸੇਵਾ ਮਨਜ਼ੂਰ ਕਰ ਲਈ ਹੈ ਅਤੇ ਪਟਿਆਲੇ ਆਉਣ ਦੀ ਇਜਾਜ਼ਤ ਮਿਲ ਗਈ ਹੈ। ਦਰਸ਼ਨ ਕਰਨ ਅਤੇ ਮੱਥਾ ਟੇਕਣ ਦੀ ਇਜਾਜ਼ਤ ਵੀ ਮਿਲ ਗਈ ਹੈ। ਸੇਵਾ ਮਨਜ਼ੂਰ ਹੋਣ ਤੋਂ ਖੁਸ਼ ਹੋ ਕੇ ਮਲਕਾ ਨੇ ਮੁਨਸ਼ੀ ਜੀ ਦੇ ਬੇਟੇ ਨੂੰ ਨੌਕਰੀ ਦੇ ਦਿੱਤੀ ਅਤੇ ਇਹ ਛੋਟ ਦੇ ਦਿੱਤੀ ਕਿ ਬਾਬਾ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿਣਾ ਪਸੰਦ ਕਰੇ ਜਾਂ ਪਟਿਆਲੇ ਦਰਬਾਰ ਵਿੱਚ, ਇਹ ਉਸ ਦੀ ਆਪਣੀ ਇੱਛਾ ਹੈ। ਮਹਾਰਾਣੀ ਜੀ ਜਾਨੀ ਦਾਦੀ ਜੀ ਨੇ ਸਲਾਹ ਦਿੱਤੀ ਕਿ ਮੁਨਸ਼ੀ ਜੀ ਸਰਦਾਰ ਗੁਰਨਾਮ ਸਿੰਘ ਦੀ ਧੀ ਮਹੇਂਦਰ ਕੌਰ ਪਟਰਾਣੀ ਨੂੰ ਕਹੋ ਕਿ ਪਹਿਲਾਂ ਵਾਲਾ ਸੁੱਖ ਭੋਗਣਾ ਹੈ, ਹੁਕਮ ਚਲਾਉਣਾ ਹੈ ਤਾਂ ਤਕੜੇ ਹੋ ਕੇ ਬਾਬਾ ਜੀ ਰੂਮੀ ਵਾਲਿਆਂ ਦੀ ਸੇਵਾ ਵਿੱਚ ਲੱਗ ਜਾਣ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮਹਿ ਸਹੇ। ਹਜੂਰ ਬਾਬਾ ਜੀ ਫਰਮਾਉਂਦੇ ਸਨ ਕਿ ਸਭ ਤੋਂ ਵੱਡੀ ਸੇਵਾ ਗੁਰੂ ਦਾ ਹੁਕਮ ਮੰਨਣਾ ਹੈ। ਇਸੇ ਵਿੱਚ ਗੁਰੂ ਦੀ ਖੁਸ਼ੀ ਹੈ। ਇੱਕ ਦਿਨ ਸਾਧੂ ਦੇ ਕੀਤੇ ਬਚਨਾਂ ਦੀ ਸਾਖੀ ਹਜੂਰ ਬਾਬਾ ਜੀ ਨੇ ਸੁਣਾਈ। ਇਹ ਸਾਖੀ ਸੁਣਾ ਕੇ ਮਹਾਂਪੁਰਖ ਬਾਬਾ ਜੀ ਨੇ ਫਰਮਾਇਆ ਕਿ ਇਸ ਤਰ੍ਹਾਂ ਦੀ ਸਾਖੀ ਸੁਣਾਉਣ ਨਾਲ ਪਟਰਾਣੀ ਮਹੇਂਦਰ ਕੌਰ ਦਾ ਕਲੇਜਾ ਠੰਡਾ ਅਤੇ ਸੀਤਲ ਰੱਖਣ ਦਾ ਯਤਨ ਹੈ, ਕਿਉਂਕਿ ਇਹ ਸੇਵਾ ਵਿੱਚ ਲੱਗ ਗਈ ਤਾਂ ਇਹਨਾਂ ਦੀ ਸਹਾਇਤਾ ਕਰਨਾ ਸਾਡਾ ਫਰਜ਼ ਹੈ। ਸੱਚੇ ਪਾਤਸ਼ਾਹ ਜੀ ਸਾਖੀ ਸੁਣਾਉਣ ਲੱਗੇ। ਇੱਕ ਸੇਠ ਸਾਹੂਕਾਰ ਆਪਣੇ ਕਰਮ ਧਰਮ ਵਿੱਚ ਪੱਕਾ ਸੀ। ਵਪਾਰ ਕਰਦਾ ਹੋਇਆ ਆਪਣਾ ਸਮੁੰਦਰੀ ਜਹਾਜ਼ ਵਸਤੂਆਂ ਨਾਲ ਭਰ ਕੇ ਕਿਸੇ ਹੋਰ ਦੇਸ਼ ਲਈ ਤੁਰਨ ਲੱਗਿਆ ਤਾਂ ਅੱਗੋਂ ਇੱਕ ਮਹਾਤਮਾ ਆ ਗਏ ਤੇ ਕਹਿਣ ਲੱਗੇ, ਸੇਠ ਜੀ, ਅਸੀਂ ਸਮੁੰਦਰ ਦੀ ਸੈਰ ਕਰਨੀ ਹੈ, ਆਪਣੇ ਜਹਾਜ਼ ਵਿੱਚ ਮੈਨੂੰ ਵੀ ਨਾਲ ਲੈ ਚੱਲੋ। ਸੇਠ ਸੰਤ ਸੇਵੀ ਸੁਭਾਅ ਦਾ ਮਾਲਕ ਸੀ। ਉਸ ਨੇ ਮਹਾਤਮਾ ਨੂੰ ਨਮਸਕਾਰ ਕੀਤੀ ਅਤੇ ਸਤ ਬਚਨ ਮਹਾਰਾਜ ਕਹਿ ਕੇ ਜਹਾਜ਼ ਵਿੱਚ ਉਹਨਾਂ ਨੂੰ ਸਵਾਰ ਕਰ ਲਿਆ ਤੇ ਰਸਤੇ ਵੱਲ ਚੱਲ ਪਏ। ਜਦ ਭੋਜਨ ਦਾ ਸਮਾਂ ਹੋਇਆ
ਤਾਂ ਸਾਹੂਕਾਰ ਨੇ ਮਹਾਤਮਾ ਨੂੰ ਭੋਜਨ ਛਕਾਇਆ। ਮਹਾਤਮਾ ਜੀ ਨੇ ਭੋਜਨ ਛਕ ਲਿਆ ਤਾਂ ਸੇਠ ਨੇ ਬੇਨਤੀ ਕੀਤੀ, ਪਾਤਸ਼ਾਹੋ, ਖਾਣਾ ਖਾਧਾ ਹੈ, ਹੁਣ ਤੁਸੀਂ ਆਰਾਮ ਕਰਨ ਲਈ ਲੇਟ ਜਾਓ। ਮਹਾਤਮਾ ਬੋਲੇ, ਆਰਾਮ ਕਰਨਾ ਤਾਂ ਤੁਹਾਡਾ ਸਾਹੂਕਾਰਾਂ ਦਾ ਕੰਮ ਹੈ, ਅਸੀਂ ਤਾਂ ਕੁਝ ਬਚਨ ਕਰਕੇ ਭਜਨ ਕਰਨਾ ਹੈ। ਮਹਾਤਮਾ ਜੀ ਬਚਨ ਕਰਨ ਲੱਗੇ। ਸੇਠ ਜੀ ਧਿਆਨ ਨਾਲ ਸੁਣਨ ਲੱਗ ਪਏ। ਪਹਿਲਾ, ਪ੍ਰਦੇਸ਼ ਵਿੱਚ ਜੇਕਰ ਕਿਸੇ ਕੋਲ ਕੋਈ ਕੌਡੀ ਪੈਸਾ ਨਾ ਹੋਵੇ ਤਾਂ ਮਜ਼ਦੂਰੀ ਕਰ ਲੈਣੀ ਚਾਹੀਦੀ ਹੈ, ਕੋਈ ਮਿਹਣਾ ਨਹੀਂ। ਦੂਸਰਾ, ਕੋਈ ਆਦਮੀ ਤੁਹਾਡੇ ਤੋਂ ਅਹੁਦੇ ਵਿੱਚ ਛੋਟਾ ਹੈ, ਪਰਮਾਤਮਾ ਉਸ ਨੂੰ ਵੱਡਾ ਬਣਾ ਦਿੰਦਾ ਹੈ, ਤਾਂ ਉਸ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਤੀਸਰਾ, ਜਿੱਥੇ ਵੀ ਕੋਈ ਆਖੇ ਭੋਜਨ ਤਿਆਰ ਹੈ, ਛਕ ਲਓ। ਜੇਕਰ ਤੁਸੀਂ ਭੋਜਨ ਛਕਿਆ ਹੋਇਆ ਵੀ ਹੈ ਤਾਂ ਵੀ ਥੋੜ੍ਹਾ ਛਕ ਲਓ, ਜਵਾਬ ਨਾ ਦਿਓ। ਚੌਥਾ, ਜਿੱਥੇ ਤੁਹਾਡੇ ਨਾਲ ਕਿਸੇ ਸੰਬੰਧੀ ਦਾ ਫਰਕ ਪੈ ਜਾਵੇ ਉੱਥੇ ਨਾ ਰਹੋ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਮਹਾਤਮਾ ਜੀ ਨਸੀਹਤਾਂ ਦੇ ਕੇ ਜਹਾਜ਼ ਦੇ ਕਿਸੇ ਜਗ੍ਹਾ ਬੈਠ ਕੇ ਭਜਨ ਕਰਨ ਲੱਗ ਪਏ। ਸ਼ਾਹੂਕਾਰ ਅਤੇ ਉਸ ਦਾ ਨੌਕਰ ਜੋ ਹਰ ਵੇਲੇ ਉਸ ਦੇ ਨਾਲ ਰਹਿੰਦਾ ਸੀ, ਦੋਨੋਂ ਸੌਂ ਗਏ। ਅਚਾਨਕ ਰਾਤ ਦੇ ਸਮੇਂ ਬਹੁਤ ਹੀ ਭਿਆਨਕ ਤੂਫਾਨ ਆਇਆ। ਜਹਾਜ਼ ਨੂੰ ਤੂਫਾਨ ਖਿੱਚ ਕੇ ਕਿਨਾਰੇ ਵੱਲ ਲੈ ਗਿਆ, ਪਰ ਤੇਜ਼ ਹਵਾ ਕਰਕੇ ਜਹਾਜ਼ ਪਹਾੜੀ ਨਾਲ ਟਕਰਾ ਗਿਆ ਅਤੇ ਟੁਕੜੇ ਟੁਕੜੇ ਹੋ ਗਿਆ। ਜਿਸ ਹਿੱਸੇ ਵਿੱਚ ਸਾਹੂਕਾਰ ਅਤੇ ਨੌਕਰ ਸੁੱਤੇ ਸਨ, ਉਹ ਟੁਕੜਾ ਪਾਣੀ ਦੇ ਵਹਾਅ ਨਾਲ ਕਿਨਾਰੇ ਉੱਪਰ ਪਹੁੰਚ ਗਿਆ। ਸਾਹੂਕਾਰ ਤੇ ਨੌਕਰ ਵਿਚਾਰਦੇ ਹਨ ਕਿ ਮਹਾਤਮਾ ਜੀ ਦੇ ਸਵਾਰ ਹੋਣ ਕਰਕੇ ਵੀ ਇਸ ਤਰ੍ਹਾਂ ਕਿਉਂ ਹੋਇਆ। ਮਹਾਤਮਾ ਤਾਂ ਮਿਲੇ ਨਹੀਂ, ਜਿੰਦਾ ਵੀ ਹਨ ਜਾਂ ਡੁੱਬ ਗਏ ਹਨ। ਕੀ ਇਹ ਸਾਡੇ ਪੁੰਨ ਸਾਨੂੰ ਤਾਰ ਗਏ ਹਨ। ਦਿਨ ਚੜ੍ਹਿਆ ਤਾਂ ਉਹਨਾਂ ਨੂੰ ਨੇੜੇ ਹੀ ਇੱਕ ਬਸਤੀ ਦਿਖਾਈ ਦਿੱਤੀ। ਉਹ ਬਸਤੀ ਵਿੱਚ ਪਹੁੰਚ ਗਏ। ਇੱਕ ਤਲਾਬ ਦੇ ਨਾਲ ਹੀ ਧਰਮਸ਼ਾਲਾ ਵਿੱਚ ਠਹਿਰ ਗਏ। ਉਹਨਾਂ ਕੋਲ ਕੁਝ ਨਹੀਂ ਸੀ, ਸਿਰਫ ਜ਼ਿੰਦਗੀ ਹੀ ਬਚੀ ਸੀ। ਥੋੜ੍ਹੀ ਦੇਰ ਬਾਅਦ ਧਰਮਸ਼ਾਲਾ ਦਾ ਚੌਕੀਦਾਰ ਆਇਆ ਅਤੇ ਬੋਲਿਆ, ਕੋਈ ਆਦਮੀ ਸਰਾਂ ਯਾਨੀ ਧਰਮਸ਼ਾਲਾ ਵਿੱਚ ਮਰਿਆ ਪਿਆ ਹੈ, ਇਸ ਨੂੰ ਸਮੁੰਦਰ ਵਿੱਚ ਸੁੱਟ ਕੇ ਆਉਣਾ ਹੈ। ਜੋ ਆਦਮੀ ਇਸ ਨੂੰ ਲੈ ਕੇ ਜਾਵੇਗਾ ਉਸ ਨੂੰ ਮਜ਼ਦੂਰੀ ਦਿੱਤੀ ਜਾਵੇਗੀ। ਸਾਹੂਕਾਰ ਨੂੰ ਮਹਾਤਮਾ ਜੀ ਦਾ ਪਹਿਲਾ ਬਚਨ ਯਾਦ ਆਇਆ। ਉਹ ਆਪਣੇ ਨੌਕਰ ਨੂੰ ਨਾਲ ਲੈ ਕੇ ਮੁਰਦਾ ਸੁੱਟਣ ਲਈ ਮਜ਼ਦੂਰੀ ਲੈ ਕੇ ਸਮੁੰਦਰ ਵੱਲ ਚੱਲ ਪਿਆ। ਰਸਤੇ ਵਿੱਚ ਉਹਨਾਂ ਨੂੰ ਮਹਿਸੂਸ ਹੋਇਆ ਕਿ ਮੁਰਦੇ ਦੀ ਕਮਰ ਨਾਲ ਕੁਝ ਬੰਨ੍ਹਿਆ ਹੋਇਆ ਹੈ। ਸਮੁੰਦਰ ਦੇ ਕਿਨਾਰੇ ਉੱਪਰ ਉਸ ਨੂੰ ਰੱਖ ਕੇ ਜਦ ਉਹਨਾਂ ਨੇ ਕਮਰ ਵਾਲਾ ਕੱਪੜਾ ਖੋਲ੍ਹਿਆ ਤਾਂ ਉਸ ਵਿੱਚੋਂ ਮੋਹਰਾਂ ਨਿਕਲੀਆਂ।
ਮੁਰਦਾ ਉਹਨਾਂ ਸਮੁੰਦਰ ਵਿੱਚ ਰੋੜ ਦਿੱਤਾ। ਮੋਹਰਾਂ ਲੈ ਕੇ ਉਹ ਸ਼ਹਿਰ ਵੱਲ ਚੱਲ ਪਏ। ਸ਼ਾਹੂਕਾਰ ਨੇ ਨੌਕਰ ਨੂੰ ਕਿਹਾ, ਇੱਕ ਮੋਹਰ ਲੈ ਜਾ ਅਤੇ ਇਸ ਨਾਲ ਕੋਈ ਖਾਣ ਲਈ ਚੀਜ਼ ਲੈ ਆਵੀਂ। ਨੌਕਰ ਮੋਹਰ ਲੈ ਕੇ ਬਾਜ਼ਾਰ ਵਿੱਚ ਗਿਆ ਤੇ ਹਲਵਾਈ ਦੀ ਦੁਕਾਨ ਤੋਂ ਮਠਿਆਈਆਂ ਲੈਣ ਲਈ ਮੋਹਰ ਦੁਕਾਨਦਾਰ ਨੂੰ ਦੇ ਦਿੱਤੀ। ਪਰ ਉਸਨੇ ਦੇਖਿਆ ਕਿ ਬਾਜ਼ਾਰ ਦੇ ਚੌਂਕ ਵਿੱਚ ਲੋਕਾਂ ਦਾ ਇਕੱਠ ਕਿਵੇਂ ਹੋਇਆ ਹੈ। ਨੌਕਰ ਉਸ ਵੇਲੇ ਹੀ ਮਠਿਆਈ ਲਏ ਬਿਨਾਂ ਹੀ ਭੱਜ ਕੇ ਇਕੱਠ ਵਿੱਚ ਜਾ ਵੜਿਆ। ਢੋਲ ਵੱਜ ਰਿਹਾ ਸੀ। ਉਸਨੇ ਕਿਸੇ ਨੂੰ ਪੁੱਛਿਆ, ਇਹ ਕੀ ਹੋ ਰਿਹਾ ਹੈ? ਜਵਾਬ ਮਿਲਿਆ ਕਿ ਇਸ ਨਗਰੀ ਦਾ ਰਾਜਾ ਮਰ ਗਿਆ ਹੈ। ਨਵੇਂ ਰਾਜੇ ਦੀ ਚੋਣ ਕਰਨੀ ਹੈ। ਇਹ ਇੱਕ ਬਾਜ ਛੱਡਿਆ ਜਾਵੇਗਾ। ਇਹ ਬਾਜ ਜਿਸ ਆਦਮੀ ਦੇ ਸਿਰ ਉੱਤੇ ਬੈਠ ਗਿਆ ਉਸ ਨੂੰ ਰਾਜਾ ਮੰਨ ਲਿਆ ਜਾਵੇਗਾ। ਬਾਜ ਉਡਾਇਆ ਗਿਆ। ਉੱਡਦਾ ਹੋਇਆ ਬਾਜ ਸ਼ਾਹੂਕਾਰ ਦੇ ਨੌਕਰ ਦੇ ਸਿਰ ਉੱਪਰ ਹੀ ਬੈਠ ਗਿਆ। ਲੋਕਾਂ ਨੇ ਉਸੇ ਵੇਲੇ ਹੀ ਨੌਕਰ ਨੂੰ ਰਾਜਾ ਮੰਨ ਲਿਆ ਅਤੇ ਮਹਿਲਾਂ ਵਿੱਚ ਲੈ ਗਏ। ਇਸ਼ਨਾਨ ਕਰਵਾ ਕੇ, ਨਵੇਂ ਬਸਤਰ ਪਵਾ ਕੇ ਸਿੰਘਾਸਨ ਉੱਪਰ ਬਿਠਾ ਦਿੱਤਾ। ਜਦੋਂ ਕਾਫੀ ਦੇਰ ਬਾਅਦ ਨੌਕਰ ਵਾਪਸ ਨਾ ਆਇਆ ਤਾਂ ਸ਼ਾਹੂਕਾਰ ਨੂੰ ਖਿਆਲ ਆਇਆ ਕਿ ਨੌਕਰ ਵੀ ਧੋਖਾ ਦੇ ਗਿਆ ਹੈ। ਜਦ ਨੌਕਰ ਨਾ ਆਇਆ ਤਾਂ ਸ਼ਾਹੂਕਾਰ ਸ਼ਹਿਰ ਵੱਲ ਤੁਰ ਪਿਆ। ਅਚਾਨਕ ਉਸੇ ਹਲਵਾਈ ਦੀ ਦੁਕਾਨ ਉੱਤੇ ਪਹੁੰਚ ਗਿਆ। ਗੱਲਬਾਤ ਹੋਣ ਤੋਂ ਬਾਅਦ ਹਲਵਾਈ ਨੇ ਦੱਸਿਆ ਕਿ ਉਹ ਤੁਹਾਡਾ ਨੌਕਰ ਤਾਂ ਨਗਰੀ ਦਾ ਰਾਜਾ ਬਣ ਗਿਆ ਹੈ। ਇੱਕ ਸੋਨੇ ਦੀ ਮੋਹਰ ਵੀ ਇੱਥੇ ਹੀ ਛੱਡ ਗਿਆ ਹੈ। ਹੁਣ ਸ਼ਾਹੂਕਾਰ ਨੂੰ ਮਹਾਤਮਾ ਜੀ ਦਾ ਦੂਸਰਾ ਬਚਨ ਯਾਦ ਆਇਆ ਕਿ ਨਮਸਕਾਰ ਕਰਨੀ ਚਾਹੀਦੀ ਹੈ। ਉਸ ਨੇ ਹਲਵਾਈ ਤੋਂ ਇੱਕ ਥਾਲ ਮਠਿਆਈ ਦਾ ਤਿਆਰ ਕਰਵਾਇਆ। ਕੁਝ ਮੋਹਰਾਂ ਉੱਪਰ ਰੱਖ ਕੇ ਰੁਮਾਲ ਨਾਲ ਢੱਕ ਕੇ ਰਾਜੇ ਦੇ ਦਰਬਾਰ ਵਿੱਚ ਪਹੁੰਚ ਕੇ ਰਾਜੇ ਨੂੰ ਮੱਥਾ ਟੇਕਿਆ। ਰਾਜੇ ਨੇ ਸ਼ਾਹੂਕਾਰ ਦਾ ਬਹੁਤ ਆਦਰ ਸਤਿਕਾਰ ਕੀਤਾ। ਰਾਜੇ ਨੇ ਸ਼ਾਹੂਕਾਰ ਨੂੰ ਆਪਣੇ ਕੋਲ ਹੀ ਵਜ਼ੀਰ ਦਾ ਅਹੁਦਾ ਦੇ ਕੇ ਰੱਖ ਲਿਆ। ਅਹਿਲਕਾਰਾਂ ਨੇ ਇਸ ਨੂੰ ਬੁਰਾ ਮਨਾਇਆ ਪਰ ਬੋਲੇ ਨਹੀਂ। ਉਹਨਾਂ ਵਿਚਾਰ ਕੀਤੀ ਕਿ ਰਾਜਧਾਨੀ ਦੇ ਅਸੂਲਾਂ ਮੁਤਾਬਕ ਰਾਜਾ ਤਾਂ ਠੀਕ ਬਣਨਾ ਹੀ ਸੀ, ਪਰ ਇਹ ਵਜ਼ੀਰ ਕਿਉਂ ਬਣਾ ਦਿੱਤਾ? ਕੁਝ ਸਮਾਂ ਬੀਤ ਜਾਣ ਤੋਂ ਬਾਅਦ ਅਹਿਲਕਾਰਾਂ ਨੇ ਰਾਜੇ ਦੇ ਕੰਨ ਭਰ ਦਿੱਤੇ ਕਿ ਇਹ ਵਜ਼ੀਰ ਤੁਹਾਡਾ ਆਦਰ ਸਤਿਕਾਰ ਨਹੀਂ ਕਰਦਾ ਅਤੇ ਹੁਕਮ ਵੀ ਨਹੀਂ ਮੰਨਦਾ। ਰਾਜੇ ਨੇ ਸੋਚਿਆ, ਹੋ ਸਕਦਾ ਹੈ ਇਹ ਮੈਨੂੰ ਆਪਣਾ ਨੌਕਰ ਹੀ ਸਮਝਦਾ ਹੋਵੇ, ਤਾਂ ਹੀ ਹੁਕਮ ਨਹੀਂ ਮੰਨਦਾ, ਕਿਤੇ ਰਾਜ ਹੀ ਨਾ ਖੋਹ ਲਵੇ। ਰਾਜੇ ਨੇ ਅਹਿਲਕਾਰਾਂ ਨੂੰ ਪੁੱਛਿਆ, ਇਸ ਨੂੰ ਹੁਕਮ ਅਦੂਲੀ ਦੀ ਕੀ ਸਜ਼ਾ ਦਿੱਤੀ ਜਾਵੇ? ਅਹਿਲਕਾਰ ਕਹਿਣ ਲੱਗੇ, ਮਹਾਰਾਜ, ਇਸ ਤੋਂ ਤੁਹਾਡੇ ਰਾਜਪਾਟ ਨੂੰ ਖਤਰਾ ਹੈ। ਕਿਉਂ ਨਾ ਇਸ ਨੂੰ ਕਤਲ ਕਰ ਦਿੱਤਾ ਜਾਵੇ? ਰਾਜੇ ਨੇ ਹੁਕਮ ਦਿੱਤਾ, ਇਸ ਨੂੰ ਕਿਤੇ ਦੂਰ ਲਿਜਾ ਕੇ ਕਤਲ ਕੀਤਾ ਜਾਵੇ। ਅਹਿਲਕਾਰਾਂ ਨੇ ਸਲਾਹ ਦਿੱਤੀ, ਇਸ ਨੂੰ ਦੂਰ ਮਰਾਸਲਾ ਦੇ ਕੇ
ਭੇਜ ਦਿਓ ਅਤੇ ਮਰਾਸਲੇ ਵਿੱਚ ਲਿਖ ਦਿਓ ਕਿ ਜੋ ਇਹ ਮਰਾਸਲਾ ਲੈ ਕੇ ਆਇਆ ਹੈ ਇਸ ਨੂੰ ਕਤਲ ਕਰ ਦਿੱਤਾ ਜਾਵੇ। ਮਰਾਸਲੇ ਵਿੱਚ ਇਹ ਲਿਖਵਾ ਕੇ ਨੌਕਰ ਰਾਜਾ ਨੇ ਵਜ਼ੀਰ ਯਾਨੀ ਸ਼ਾਹੂਕਾਰ ਨੂੰ ਦਿੱਤਾ। ਇਹ ਦੂਸਰੀ ਰਿਆਸਤ ਦੇ ਰਾਜੇ ਨੂੰ ਦੇ ਕਰ ਆਓ, ਇਸ ਦਾ ਜਵਾਬ ਲੈ ਕੇ ਆਉਣਾ ਹੈ। ਵਜ਼ੀਰ ਸ਼ਾਹੀ ਦਸਤੂਰ ਦੇ ਮੁਤਾਬਕ ਊਠਣੀ 'ਤੇ ਸਵਾਰ ਹੋ ਕੇ ਨੌਕਰ ਨਾਲ ਲੈ ਕੇ ਦੂਜੇ ਰਾਜੇ ਵੱਲ ਚੱਲ ਪਿਆ। ਰਸਤੇ ਵਿੱਚ ਕੁਝ ਸਾਧੂਆਂ ਦੀ ਮੰਡਲੀ ਉਤਰੀ ਹੋਈ ਸੀ। ਵਜ਼ੀਰ ਸਾਧੂਆਂ ਕੋਲ ਚਲਾ ਗਿਆ, ਕੁਝ ਭੇਟਾਂ ਦੇ ਕੇ ਮੱਥਾ ਟੇਕ ਕੇ ਬੈਠ ਗਿਆ। ਜਦੋਂ ਤੁਰਨ ਲੱਗੇ ਤਾਂ ਸਾਧੂਆਂ ਨੇ ਕਿਹਾ, ਭੋਜਨ ਤਿਆਰ ਹੈ, ਛਕ ਕੇ ਜਾਣਾ। ਉਸ ਵੇਲੇ ਸ਼ਾਹੂਕਾਰ ਨੂੰ ਮਹਾਤਮਾ ਜੀ ਦਾ ਤੀਸਰਾ ਬਚਨ ਯਾਦ ਆ ਗਿਆ। ਉਸ ਨੇ ਸੋਚਿਆ, ਭੋਜਨ ਵੀ ਛਕਣਾ ਹੈ, ਪਰ ਮਾਰਸਲਾ ਵੀ ਸਮੇਂ ਸਿਰ ਪਹੁੰਚਾਉਣਾ ਹੈ। ਉਸ ਨੇ ਨੌਕਰ ਨੂੰ ਕਿਹਾ, ਮੈਂ ਭੋਜਨ ਛਕ ਕੇ ਆਉਂਦਾ ਹਾਂ, ਮਰਾਸਲਾ ਦੇ ਪਹੁੰਚਣ ਵਿੱਚ ਦੇਰੀ ਨਾ ਹੋ ਜਾਏ। ਇਸ ਕਰਕੇ ਤੂੰ ਇਹ ਮਰਾਸਲਾ ਲੈ ਕੇ ਰਾਜੇ ਕੋਲ ਪਹੁੰਚ, ਮੈਂ ਛੇਤੀ ਆ ਰਿਹਾ ਹਾਂ। ਮਰਾਸਲਾ ਲੈ ਕੇ ਨੌਕਰ ਊਠਣੀ ਉੱਤੇ ਸਵਾਰ ਹੋ ਕੇ ਰਾਜੇ ਕੋਲ ਪਹੁੰਚ ਗਿਆ। ਇੱਧਰ ਵਜ਼ੀਰ ਭੋਜਨ ਛਕ ਕੇ ਤੁਰ ਪਿਆ। ਦੂਜੇ ਪਾਸੇ ਨੌਕਰ ਵੱਲੋਂ ਮਰਾਸਲਾ ਰਾਜੇ ਦੇ ਪੇਸ਼ ਕੀਤਾ ਗਿਆ। ਜਦ ਰਾਜੇ ਨੇ ਮਰਾਸਲਾ ਪੜ੍ਹਿਆ ਤਾਂ ਉਸੇ ਵੇਲੇ ਹੀ ਨੌਕਰ ਨੂੰ ਕਤਲ ਕਰਵਾ ਦਿੱਤਾ। ਜਦੋਂ ਵਜ਼ੀਰ ਭੋਜਨ ਛਕ ਕੇ ਰਾਜੇ ਕੋਲ ਪਹੁੰਚਿਆ ਤਾਂ ਮਰਾਸਲੇ ਦਾ ਜਵਾਬ ਮੰਗਿਆ। ਰਾਜੇ ਨੇ ਕਿਹਾ ਕਿ ਜਵਾਬ ਦੇ ਦਿੱਤਾ ਹੈ। ਇਸ ਵਿੱਚ ਲਿਖਿਆ ਸੀ, ਜੋ ਇਹ ਮਰਾਸਲਾ ਲੈ ਕੇ ਆ ਰਿਹਾ ਹੈ ਉਸ ਨੂੰ ਕਤਲ ਕਰ ਦਿੱਤਾ ਜਾਵੇ। ਸੋ ਅਸੀਂ ਉਸ ਮਰਾਸਲੇ ਵਾਲੇ ਨੂੰ ਕਤਲ ਕਰ ਦਿੱਤਾ ਹੈ। ਇਹ ਦੇਖ ਕੇ ਸ਼ਾਹੂਕਾਰ ਨੂੰ ਮਹਾਤਮਾ ਜੀ ਦਾ ਚੌਥਾ ਬਚਨ ਵੀ ਯਾਦ ਆ ਗਿਆ। ਉਹ ਵਾਪਸ ਆਇਆ ਅਤੇ ਰਾਜੇ ਨੂੰ ਨਮਸਕਾਰ ਕਰਕੇ ਅਰਜ਼ ਕਰਨ ਲੱਗਾ ਕਿ ਹੁਣ ਮੇਰਾ ਇੱਥੇ ਰਹਿਣਾ ਠੀਕ ਨਹੀਂ ਹੈ, ਮੈਨੂੰ ਆਗਿਆ ਦਿੱਤੀ ਜਾਵੇ। ਵਜ਼ੀਰ ਨੇ ਰਾਜੇ ਨੂੰ ਸਾਰੀ ਵਾਰਤਾ ਸੁਣਾ ਦਿੱਤੀ। ਰਾਜੇ ਨੇ ਗਲਤੀ ਮੰਨੀ ਅਤੇ ਵਜ਼ੀਰ ਸ਼ਾਹੂਕਾਰ ਨੂੰ ਰੋਕਣਾ ਚਾਹਿਆ ਤੇ ਕਿਹਾ, ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇਗਾ। ਪਰ ਸ਼ਾਹੂਕਾਰ ਨੇ ਜਵਾਬ ਵਿੱਚ ਕਿਹਾ, ਆਪ ਦੇ ਹਿਰਦੇ ਵਿੱਚ ਫਰਕ ਪੈ ਗਿਆ ਹੈ, ਮੇਰਾ ਇੱਥੇ ਰਹਿਣਾ ਹੁਣ ਠੀਕ ਨਹੀਂ, ਕਿਉਂਕਿ ਮਹਾਤਮਾ ਜੀ ਦੀਆਂ 4 ਨਸੀਹਤਾਂ ਸੱਚੀਆਂ ਹੋ ਗਈਆਂ ਹਨ। ਮੈਂ ਉਹਨਾਂ ਨਸੀਹਤਾਂ ਉੱਪਰ ਪੂਰਾ ਅਮਲ ਕੀਤਾ ਹੈ ਅਤੇ ਕਰਦਾ ਵੀ ਰਹਾਂਗਾ। ਰਾਜੇ ਨੇ ਸ਼ਾਹੂਕਾਰ ਨੂੰ ਕਾਫੀ ਪੈਸਾ ਜਹਾਜ਼ ਲੈਣ ਲਈ ਦੇ ਕੇ ਵਿਦਾ ਕੀਤਾ। ਬਾਬਾ ਜੀ ਮਹਾਰਾਜ ਨੇ ਇਹ ਸਾਖੀ ਸੁਣਾਉਣ ਤੋਂ ਬਾਅਦ ਫਰਮਾਇਆ ਕਿ ਬੰਦੇ ਨੂੰ ਪੁੰਨ ਇਸ ਤਰ੍ਹਾਂ ਤਾਰ ਦਿੰਦੇ ਹਨ। ਜਹਾਜ਼ ਨੇ ਤਾਂ ਡੁੱਬ ਜਾਣਾ ਸੀ, ਪਰ ਸ਼ਾਹੂਕਾਰ ਤੇ ਨੌਕਰ ਦੇ ਪੁੰਨਾਂ ਨੇ ਉਹਨਾਂ ਨੂੰ ਡੁੱਬਣ ਤੋਂ ਬਚਾ ਲਿਆ ਅਤੇ ਹਰ ਔਕੜ ਵਿੱਚ ਉਹਨਾਂ ਦੀ ਸਹਾਇਤਾ ਕੀਤੀ। ਉਹਨਾਂ ਦੇ ਪੁੰਨ ਹੀ ਮਹਾਤਮਾ ਬਣ ਕੇ ਆਏ ਸਨ। ਜਹਾਜ਼ ਦਾ ਟੁੱਟਿਆ ਟੁਕੜਾ ਕਿਨਾਰੇ ਲੱਗਣਾ
ਮੋਹਰਾਂ ਦਾ ਮਿਲਣਾ, ਬਾਜ ਦਾ ਨੌਕਰ ਉੱਤੇ ਬੈਠਣਾ, ਸਾਧੂ ਮੰਡਲੀ ਦਾ ਮਿਲਣਾ, ਇਹ ਸਭ ਪੁੰਨ ਰੂਪ ਧਾਰਨ ਕੀਤੇ ਸਨ। ਹਜੂਰ ਬਾਬਾ ਜੀ ਦਾ ਮੁਨਸ਼ੀ ਜੀ ਨੂੰ ਇਹ ਸਾਖੀ ਸੁਣਾਉਣ ਦਾ ਇਹ ਭਾਵ ਸੀ ਕਿ ਰਿਆਸਤ ਪਟਿਆਲਾ ਦੇ ਪਰਿਵਾਰ ਦੇ ਪੂਰਬਲੇ ਪੁੰਨਾਂ ਸਦਕਾ ਹੀ ਸਾਨੂੰ ਇਹਨਾਂ ਦੀ ਆਉਣ ਵਾਲੀਆਂ ਆਫਤਾਂ, ਮੁਸ਼ਕਲਾਂ, ਸਰੀਰਕ ਕਸ਼ਟਾਂ ਦੀ ਨਿਵਰਤੀ ਕਰਨੀ ਪੈਂਦੀ ਹੈ, ਕਿਉਂਕਿ ਅਸੀਂ ਮਹਾਰਾਜਾ ਭੁਪਿੰਦਰ ਸਿੰਘ ਦੇ ਪੂਰਬਲੇ ਜਨਮਾਂ ਦੀ ਭਗਤੀ ਨੂੰ ਕਸ਼ਟਾਂ ਸਮੇਂ ਅੱਗੇ ਰੱਖਦੇ ਹਾਂ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਬਿਨ ਸਜਾਏ ਪਰਮਾਈ, ਆਨੰਦ ਰੂਪ ਰਵਿਓ ਸਭ ਮਧੇ, ਜਤ ਕਤ ਪੇਖੋਂ ਜਾਈ। ਤੁਮ ਦਿਆਲ ਕਿਰਪਾਲ ਕਿਰਪਾ ਨਿਧ, ਪਤਿਤ ਪਾਵਨ ਗੋਸਾਈ। ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤਾਈ ਅਗਾਈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।